ਵਾਹਿਗੁਰੂ ਸਾਹਿਬ ਜੀਓ। ਮਾਝ ਮਹੱਲਾ ਤੀਜਾ। ਐਥੇ ਸਾਚੇ ਸੋ ਆਗੈ ਸਾਚੇ, ਮਨ ਸੱਚਾ ਸਚੈ ਸ਼ਬਦ ਰਾਚੇ। ਐਥੈ ਸਾਚੇ ਸੋ ਆਗੈ ਸਾਚੇ, ਮਨ ਸੱਚਾ ਸਚੈ ਸ਼ਬਦ ਰਾਚੇ। ਸੱਚਾ ਸੇਵਹਿ ਸੱਚ ਕਮਾਵਹਿ, ਸਚੋ ਸੱਚ ਕਮਾਵਣਿਆ। ਹਉ ਵਾਰੀ ਜਿਉ ਵਾਰੀ, ਸੱਚਾ ਨਾਮ ਮਨ ਵਸਾਵਣਿਆ। ਸੱਚੇ ਸੇਵਹਿ ਸੱਚ ਸਮਾਵਹਿ, ਸੱਚੇ ਕੇ ਗੁਣ ਗਾਵਣਿਆ। ਰਹਾਉ ਸੱਚੇ ਸੇਵਹਿ ਸੱਚ ਸਮਾਵਹਿ, ਸੱਚੇ ਕੇ ਗੁਣ ਗਾਵਣਿਆ। ਰਹਾਉ ਐਥੈ ਸਾਚੇ ਸੋ ਆਗੈ ਸਾਚੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤ ਸੰਗਤ ਜੀਓ। ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਦਾਰ ਵਾਸਤੇ। ਜਿੱਥੇ ਆਪ ਪਾਵਨ 10 ਗੁਰੂ ਸਰੂਪ ਧਾਰਨ ਕੀਤੇ, ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਜਿਸ ਪਾਵਨ ਬਾਣੀ ਦੀ ਲੜੀਵਾਰ ਕਥਾ ਆਪ ਸੰਗਤਾਂ ਸਰਵਣ ਕਰ ਰਹੇ ਹੋ, ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਭੱਲਿਆਂ ਦੇ ਬੰਸ ਦੇ ਅਵਤੰਸ ਮਾਝ ਰਾਗ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜਿਸ ਪਵਿੱਤਰ ਸ਼ਬਦ ਦੀ ਵਿਚਾਰ ਆਪ ਸੰਗਤਾਂ ਨੇ ਸਰਵਣ ਕਰਨੀ ਹੈ। ਇਸ ਪਾਵਨ ਪਵਿੱਤਰ ਗੁਰ ਸ਼ਬਦ ਦੇ ਅੰਦਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਗੁਰਮੁਖਾਂ ਤੇ ਮਨਮੁਖਾਂ ਦੀ ਅਵਸਥਾ ਦਾ ਨਿਰਣਾ ਕੀਤਾ ਹੈ। ਰਹਾਉ ਦੀਆਂ ਪੰਕਤੀਆਂ ਵਿੱਚ ਹਜ਼ੂਰ ਫਰਮਾਉਂਦੇ ਹਨ, ਹਉ ਵਾਰੀ ਜਿਉ ਵਾਰੀ, ਸੱਚਾ ਨਾਮ ਮਨ ਵਸਾਵਣਿਆ। ਸੱਚੇ ਸੇਵੈ ਹੈ ਸੱਚ ਸਮਾਵੈ ਹੈ, ਸੱਚੇ ਕੇ ਗੁਣ ਗਾਵਣਿਆ। ਰਹਾਉ ਇਹਨਾਂ ਸਿਧਾਂਤਰੂ ਪੰਕਤੀਆਂ ਅੰਦਰ ਤੀਜੇ ਗੁਰਦੇਵ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਐ ਪਿਆਰੇ ਜੀ, ਮੈਂ ਉਹਨਾਂ ਗੁਰਮੁਖਾਂ ਤੋਂ ਮਨ ਬਾਣੀ ਸਰੀਰ ਕਰਕੇ ਬਲਿਹਾਰ ਜਾਨਾ ਹਾਂ। ਸੱਚਾ ਨਾਮ ਮਨ ਵਸਾਵਣਿਆ, ਜੋ ਸੱਚੇ ਨਾਮ ਨੂੰ ਆਪਣੇ ਮਨ ਦੇ ਵਿੱਚ ਵਸਾ ਲੈਂਦੇ ਨੇ। ਸੱਚੇ ਸੇਵੈ ਹੈ ਸੱਚ ਸਮਾਵੈ ਹੈ, ਸੱਚੇ ਕੇ ਗੁਣ ਗਾਵਣਿਆ। ਤੇ ਇਹਦੇ ਨਾਲ ਹੀ ਸੱਚੇ ਅਕਾਲ ਪੁਰਖ ਵਾਹਿਗੁਰੂ ਦੀ ਹੀ ਸੇਵਾ ਕਰਦੇ ਨੇ।
ਪੂਜਾ ਅਕਾਲ ਦੀ ਕਰਦੇ ਹਨ ਤੇ ਸੱਚ ਸਮਾਵੈ ਤੇ ਸੱਚ ਸਰੂਪ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਲੀਨ ਹੁੰਦੇ ਹਨ। ਸੱਚੇ ਕੇ ਗੁਣ ਗਾਵਣਿਆ ਤੇ ਨਾਲ ਹੀ ਸੱਚੇ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਹਨ। ਮੈਂ ਉਹਨਾਂ ਗੁਰਮੁਖਾਂ ਤੋਂ ਬਲਿਹਾਰ ਜਾਨਾ ਹਾਂ। ਲੋ ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੋ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ, ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਝ ਮਹਲਾ ਤੀਜਾ। ਐਥੈ ਸਾਚੇ ਸੋ ਆਗੈ ਸਾਚੇ। ਸਾਹਿਬ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਐਥੈ ਸਾਚੇ। ਐਥੈ ਦਾ ਅਰਥ ਹੈ ਇਸ ਥਾਂ, ਭਾਵ ਇਸ ਮਾਤ ਲੋਕ ਦੇ ਅੰਦਰ ਜੋ ਸੱਚੇ ਹੋ ਗਏ ਨੇ, ਸੋ ਆਗੈ ਸਾਚੇ। ਉਹ ਅੱਗੇ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਵੀ ਸੱਚੇ ਹੋ ਜਾਂਦੇ ਨੇ। ਭਾਵ ਜਿਹੜੇ ਗੁਰਮੁਖ ਪਿਆਰੇ ਇੱਥੇ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਸੱਚ ਬੋਲਦੇ ਹਨ, ਸੱਚ ਦੀ ਕਮਾਈ ਕਰਦੇ ਹਨ, ਸੱਚਾ ਨਾਮ ਜਪਦੇ ਹਨ ਤੇ ਸੱਚ ਦਾ ਸਿਮਰਨ ਕਰਦੇ ਹਨ, ਉਹ ਇੱਥੇ ਵੀ ਸੱਚੇ ਤੇ ਅੱਗੇ ਪਰਲੋਕ ਦੇ ਵਿੱਚ ਵੀ ਸੱਚੇ ਹੋ ਜਾਂਦੇ ਹਨ। ਮਨ ਸੱਚਾ ਸੱਚੈ ਸ਼ਬਦ ਰਾਚੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹਨਾਂ ਦਾ ਮਨ ਵੀ ਸੱਚਾ ਹੋ ਜਾਂਦਾ ਹੈ। ਸੱਚਾ ਸ਼ਬਦ ਰਾਚੇ ਕਿਵੇਂ? ਸੱਚੇ ਸ਼ਬਦ ਦੇ ਵਿੱਚ ਰਾਚੇ ਦਾ ਅਰਥ ਹੈ ਤਦਾਕਾਰ ਹੋ ਕੇ, ਸੱਚੇ ਸ਼ਬਦ ਦੇ ਵਿੱਚ ਲੀਨ ਹੋ ਕੇ, ਸੱਚੇ ਸ਼ਬਦ ਦੇ ਵਿੱਚ ਅਭੇਦ ਹੋ ਕੇ ਉਹਨਾਂ ਗੁਰਮੁਖਾਂ ਦਾ ਮਨ ਵੀ ਸੱਚਾ ਹੋ ਜਾਂਦਾ ਹੈ। ਸੱਚਾ ਸੇਵਹਿ ਸੱਚ ਕਮਾਵਹਿ ਸੱਚੋ ਸੱਚ ਕਮਾਵਣਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖ ਸੱਚਾ ਸੇਵਹਿ। ਸੱਚਾ ਕੌਣ? ਅਕਾਲ ਪੁਰਖ ਹੈ। ਉਹ ਗੁਰਮੁਖ ਸੱਚਾ ਸੇਵਾ ਹੈ, ਸੱਚੇ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਕਰਦੇ ਨੇ ਤੇ ਨਾਲ ਹੀ ਸੱਚ ਕਮਾਵੈ ਤੇ ਉਹ ਸੱਚ ਨੂੰ ਕਮਾਉਂਦੇ ਨੇ। ਬੋਲੀਏ ਸੱਚ ਧਰਮ, ਝੂਠ ਨਹੀਂ ਬੋਲੀਏ। ਸੱਚ ਬੋਲਣਾ ਇਹ ਗੁਰਮੁਖਾਂ ਦਾ ਧਰਮ ਹੈ। ਸੱਚੋ ਸੱਚ ਕਮਾਵਣਿਆ ਤੇ ਹਜ਼ੂਰ ਫਰਮਾਉਂਦੇ ਨੇ, ਭਾਈ ਉਹ ਗੁਰਮੁਖ ਫਿਰ ਉਹ ਸੱਚ ਹੀ ਸੱਚ ਨੂੰ ਕਮਾਉਂਦੇ ਵੀ ਹਨ। ਇਹਦਾ ਮਤਲਬ ਇਹ ਹੈ, ਜੇ ਉਹ ਮੂੰਹੋਂ ਸੱਚ ਆਖਦੇ ਨੇ ਤੇ ਫਿਰ ਆਪਣੇ ਅਮਲੀ ਜੀਵਨ ਦੁਆਰਾ ਵੀ ਸੱਚ ਦੀ ਕਮਾਈ ਕਰਦੇ ਹਨ, ਅਥਵਾ ਸੱਚੋ ਸੱਚ ਕਮਾਵਣਿਆ ਸੱਚ ਨਿਸ਼ਚੇ ਕਰਕੇ ਸੱਚੇ ਨਾਮ ਦੀ ਕਮਾਈ ਨੂੰ ਹਮੇਸ਼ਾ ਕਰਦੇ ਹਨ। ਹਉ ਵਾਰੀ ਜੀਉ ਵਾਰੀ ਸੱਚਾ ਨਾਮ ਮਨ ਵਸਾਵਣਿਆ। ਸੱਚੇ ਸੇਵਹਿ ਸੱਚ ਸਮਾਵਹਿ ਸੱਚੇ ਕੇ ਗੁਣ ਗਾਵਣਿਆ। ਰਹਾਉ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਮੈਂ ਉਹਨਾਂ ਤੋਂ ਕੁਰਬਾਨ ਜਾਨਾ ਹਾਂ, ਜਿੰਦ ਜਾਨ ਵੀ ਉਹਨਾਂ ਤੋਂ ਨਿਸ਼ਾਵਰ ਕਰਦਾ ਹਾਂ। ਸੱਚਾ ਨਾਮ ਮਨ ਵਸਾਵਣਿਆ, ਜੋ ਸੱਚੇ ਨਾਮ ਨੂੰ ਆਪਣੇ ਮਨ ਦੇ ਵਿੱਚ ਵਸਾਉਂਦੇ ਨੇ। ਸੱਚੇ ਸੇਵਾ ਹੈ ਤੇ ਨਾਲ ਸੱਚੇ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਕਰਦੇ ਹਨ ਤੇ ਨਾਲ ਹੀ ਸੱਚੇ ਕੇ ਗੁਣ ਗਾਵਣਿਆ, ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਨੇ ਤੇ ਗੁਣਾਂ ਨੂੰ ਗਾਉਂਦੇ ਹੋਏ ਸੱਚ ਸਮਾਵੈ ਹੈ ਤੇ ਉਹ ਸੱਚ ਸਰੂਪ ਵਾਹਿਗੁਰੂ ਵਿੱਚ ਲੀਨ ਹੋ ਜਾਂਦੇ ਹਨ। ਮੈਂ ਉਹਨਾਂ ਤੋਂ ਕੁਰਬਾਨ ਜਾਨਾ ਹਾਂ। ਪੰਡਤ ਪੜ੍ਹੈ ਸਾਧ ਨਾ ਪਾਵਹਿ। ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ, ਭਾਈ ਜਿਹੜੇ ਕਰਨੀ ਤੋਂ ਹੀਣੇ ਪੰਡਤ ਹਨ, ਵਿਦਵਾਨ ਲੋਕ ਹਨ, ਉਹ ਧਰਮ ਸ਼ਾਸਤਰਾਂ ਨੂੰ ਪੜ੍ਹਦੇ ਜ਼ਰੂਰ ਹਨ, ਸਾਧ ਨਾ ਪਾਵੈ,
ਪਰ ਉਹ ਅਸਲੀ ਨਾਮ ਦਾ ਸਵਾਦ, ਨਾਮ ਦਾ ਰਸ ਨਹੀਂ ਪ੍ਰਾਪਤ ਕਰ ਸਕਦੇ। ਦੂਜੈ ਭਾਏ ਮਾਇਆ ਮਨ ਭਰਮਾਵਹਿ। ਉਹਦਾ ਕਾਰਨ ਕੀ ਹੈ? ਹਜ਼ੂਰ ਫਰਮਾਉਂਦੇ ਨੇ ਦੂਜੇ ਭਾਏ, ਉਹ ਦੂਜੇ ਭਾਵ ਦੇ ਵਿੱਚ ਲੱਗ ਕੇ ਤੇ ਆਪਣੇ ਮਨ ਨੂੰ ਮਾਇਆ ਦੇ ਪਿੱਛੇ ਹੀ ਭਰਮਾਵੇ ਹੈ, ਉਹ ਭਰਮਾਉਂਦੇ ਰਹਿੰਦੇ ਨੇ। ਭਾਵ ਉਹਨਾਂ ਦਾ ਮਨ ਰਾਤ ਦਿਨ ਮਾਇਆ ਦੀਆਂ ਗਿਣਤੀਆਂ ਮਿਣਤੀਆਂ ਹੀ ਕਰਦਾ ਰਹਿੰਦਾ ਹੈ। ਮਾਇਆ ਮਨਹੁ ਨਾ ਵੀਸਰੈ, ਮੰਗੈ ਦਮਾ ਦਮ, ਸੋ ਪ੍ਰਭ ਚਿਤ ਨਾ ਆਵੇ, ਨਾਨਕ ਨਹੀਂ ਕਰਮ। ਇਹ ਜਿਹੜੇ ਮਨਮੁਖ ਵਿਦਵਾਨ ਨੇ ਉਹਨਾਂ ਦੀ ਹਾਲਤ ਸਤਿਗੁਰੂ ਮਹਾਰਾਜ ਬਿਆਨ ਕਰਦੇ ਹਨ। ਉਹ ਵਿਦਵਾਨ ਲੋਕ ਪੜ੍ਹਦੇ ਜ਼ਰੂਰ ਨੇ ਧਰਮ ਗ੍ਰੰਥਾਂ ਨੂੰ, ਕਈ ਗੁਰੂ ਗ੍ਰੰਥ ਸਾਹਿਬ ਨੂੰ ਵੀ ਪੜ੍ਹਦੇ ਨੇ, ਪਰ ਜਿਹੜਾ ਅਸਲੀ ਬਾਣੀ ਦਾ ਰਸ ਹੈ, ਨਾਮ ਦਾ ਸਵਾਦ ਹੈ ਤੇ ਸ਼ਬਦ ਦਾ ਆਨੰਦ ਹੈ, ਉਹਨੂੰ ਨਹੀਂ ਉਹ ਪ੍ਰਾਪਤ ਕਰ ਸਕਦੇ। ਹਾਂ, ਦੂਜੇ ਭਾਵ ਦੇ ਵਿੱਚ ਲੱਗ ਕੇ, ਭਾਵ ਨੁਕਤਾ ਚੀਨੀ, ਕ੍ਰਿਟੀਸਾਈਜ਼ ਤੇ ਕੋਈ ਹੋਰ ਮਸਲੇ ਖੜੇ ਕਰੀ ਜਾਣੇ, ਦੂਜੇ ਪਾਸੇ ਲੱਗ ਕੇ ਤੇ ਆਪਣੇ ਮਨ ਨੂੰ ਮਾਇਆ ਦੇ ਪਿੱਛੇ ਭਰਮਾਉਂਦੇ ਰਹਿੰਦੇ ਹਨ। ਜਿੱਧਰੋਂ ਉਹਨਾਂ ਨੂੰ ਗੱਫਾ ਮਿਲ ਗਿਆ ਤੇ ਫਿਰ ਉਸ ਪਾਸੇ ਨੂੰ ਹੀ ਲੱਗ ਤੁਰਦੇ ਨੇ। ਉਹਨਾਂ ਦਾ ਆਪਣਾ ਨਾ ਕੋਈ ਦੀਨ ਇਮਾਨ ਹੁੰਦਾ, ਨਾ ਕੋਈ ਗੁਰੂ ਪੀਰ ਹੁੰਦਾ ਹੈ, ਤੇ ਜਿੱਧਰੋਂ ਮਾਇਆ ਮਿਲ ਜਾਵੇ ਤੇ ਚਾਹੇ ਕਿਸੇ ਦੇ ਹੱਕ ਦੇ ਵਿੱਚ ਤੇ ਚਾਹੇ ਕਿਸੇ ਦੇ ਖਿਲਾਫ ਲਿਖਣਾ ਸ਼ੁਰੂ ਕਰ ਦਿੰਦੇ ਹਨ। ਮਾਇਆ ਮੋਹਿ ਸਭ ਸੁਧ ਗਵਾਈ, ਕਰ ਅਵਗਣ ਪਛੋਤਾਵਣਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਐਸੇ ਮੂਰਖ ਪੰਡਤ ਹਨ, ਮਾਇਆ ਦੇ ਮੋਹ ਨੇ ਉਹਨਾਂ ਦੀ ਸਾਰੀ ਸੁਧ ਦਾ ਅਰਥ ਹੈ ਹੋਸ਼ ਹੀ ਗਵਾ ਦਿੱਤੀ। ਮਾਇਆ ਦੇ ਮੋਹ ਦੇ ਪਿੱਛੇ ਉਹਨਾਂ ਨੇ ਆਪਣੀ ਹੋਸ਼ ਹੀ ਗਵਾ ਦਿੱਤੀ ਹੈ। ਕਰ ਅਵਗਣ ਪਛੋਤਾਵਣਿਆ, ਤੇ ਅਵਗੁਣ ਕਰ ਕਰਕੇ, ਭਾਵ ਗੁਰਮੁਖਾਂ ਦੀ ਨਿੰਦਿਆ ਕਰ ਕਰਕੇ ਤੇ ਗੁਰਬਾਣੀ ਤੇ ਉਟੰਕਣਾ ਕਰ ਕਰਕੇ, ਤੇ ਫਿਰ ਬਾਅਦ ਵਿੱਚ ਜਦੋਂ ਉਹਨਾਂ ਨੂੰ ਪੰਥ ਤੋਂ ਛੇਕਿਆ ਜਾਂਦਾ ਹੈ ਤੇ ਫਿਰ ਪਛਤਾਤਾਪ ਕਰਦੇ ਹਨ। ਸਤਿਗੁਰ ਮਿਲੈ ਤਾਂ ਤਤ ਪਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਨ੍ਹਾਂ ਨੂੰ ਸਤਿਗੁਰੂ ਮਿਲਦਾ ਹੈ ਤੇ ਫਿਰ ਉਹ ਤਾਂ ਤਤ ਪਾਏ, ਉਹ ਅਸਲੀ ਜਿਹੜਾ ਤਤ ਹੈ। ਕਿਉਂਕਿ ਵੇਦਾਂ ਸ਼ਾਸਤਰਾਂ ਦਾ ਜਿਹੜਾ ਅਸਲੀ ਨਿਚੋੜ ਹੈ ਉਹ ਹੈ ਵਾਹਿਗੁਰੂ ਦਾ ਨਾਮ। ਕਿਉਂਕਿ ਸਤਿਗੁਰੂ ਦੇ ਇਹ ਵੀ ਬਚਨ ਨੇ, ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਤਤੈ ਸਾਰ ਨਾ ਜਾਣੀ, ਤਤੈ ਸਾਰ ਨਾ ਜਾਣੀ, ਗੁਰੂ ਬਾਝੋਂ ਤਤੈ ਸਾਰ ਨਾ ਜਾਣੀ। ਉਹ ਤਤ ਕੀ ਹੈ? ਨਾਮ ਤਤ ਸਭ ਹੀ ਸਿਰ ਜਾਪੈ। ਨਾਮ ਹੀ ਸਾਰੇ ਵੇਦਾਂ ਸ਼ਾਸਤਰਾਂ ਦਾ ਤਤ ਹੈ, ਜਿਵੇਂ ਕੋਈ ਨਿਚੋੜ ਕੱਢਿਆ ਹੋਵੇ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਸ਼ੀਆਂ। ਹਜ਼ੂਰ ਕਹਿੰਦੇ ਨੇ ਜਦੋਂ ਸੱਚਾ ਸਤਿਗੁਰੂ ਮਿਲਦਾ ਹੈ ਤੇ ਫਿਰ ਉਹ ਤਾਂ ਤਤ ਨੂੰ, ਭਾਵ ਉਸ ਨਾਮ ਦੀ ਵਸਤੂ ਨੂੰ ਪ੍ਰਾਪਤ ਕਰਦੇ ਹਨ। ਹਰਿ ਕਾ ਨਾਮ ਮਨ ਵਸਾਏ। ਹਾਂ, ਜਿਨ੍ਹਾਂ ਤੇ ਵਾਹਿਗੁਰੂ ਮਿਹਰਬਾਨ ਹੁੰਦਾ ਹੈ ਤੇ ਫਿਰ ਉਹਨਾਂ ਨੂੰ ਸਤਿਗੁਰੂ ਮਿਲ ਜਾਂਦੇ ਨੇ, ਤੇ ਸਤਿਗੁਰੂ ਨੂੰ ਮਿਲ ਕੇ ਹਰਿ ਕਾ ਨਾਮ ਮਨ ਵਸਾਏ, ਤੇ ਫਿਰ ਉਹ ਜਿਹੜੀ ਅਸਲੀ ਤਤ ਦੀ ਗੱਲ ਹੈ ਉਹਨੂੰ ਪ੍ਰਾਪਤ ਕਰਦੇ ਨੇ। ਉਹ ਕੀ ਹੈ? ਹਰਿ ਕਾ ਨਾਮ ਮਨ ਵਸਾਏ, ਤੇ ਫਿਰ ਉਹ ਵਾਹਿਗੁਰੂ ਦੇ ਨਾਮ ਨੂੰ ਆਪਣੇ ਮਨ ਦੇ ਵਿੱਚ ਵਸਾਉਂਦੇ ਨੇ। ਨਾਮ ਦੇ ਬਾਰੇ ਸਤਿਗੁਰੂ ਦੇ ਬਚਨ ਨੇ, ਜੋ ਪ੍ਰਾਣੀ ਗੋਬਿੰਦ ਤੇ ਆਵੈ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ। ਨਾਮ ਪੜ੍ਹਿਆਂ ਦੀ ਵੀ ਤੇ ਅਨਪੜ੍ਹਾਂ ਦੀ ਵੀ ਮੁਕਤੀ ਕਰ ਦਿੰਦਾ ਹੈ। ਇਸੇ ਲਈ ਇਹ ਅਸਲੀ ਤਤ ਹੈ ਵੇਦਾਂ ਸ਼ਾਸਤਰਾਂ ਦਾ। ਤੇ ਜਿਹਨੂੰ ਪੂਰੇ ਸਤਿਗੁਰੂ ਮਿਲਦੇ ਨੇ ਫਿਰ ਉਹ ਨਾਮ ਨੂੰ ਮਨ ਵਿੱਚ ਵਸਾ ਲੈਂਦੇ ਹਨ। ਸ਼ਬਦ ਮਾਰੈ ਮਨ ਮਾਰੈ ਆਪਣਾ, ਮੁਕਤੀ ਕਾ ਦਰ ਪਾਵਣਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸ਼ਬਦ ਮਰੈ, ਜਿਹੜਾ ਗੁਰੂ ਕੇ ਸ਼ਬਦ ਰਾਹੀਂ ਮਰ ਜਾਂਦਾ ਹੈ, ਤੇ ਮਨ ਮਾਰੈ ਆਪਣਾ, ਤੇ ਫਿਰ ਉਹੀ ਆਪਣੇ ਮਨ ਨੂੰ ਮਾਰਦਾ। ਭਾਵ ਜਿਹੜਾ ਗੁਰੂ ਦੇ ਸ਼ਬਦ ਦੁਆਰਾ ਜੀਵਤ ਭਾਵ ਤੋਂ ਮਰ ਜਾਂਦਾ ਹੈ, ਆਪਣੇ ਦੇਹ ਦੇ ਨਾਲੋਂ ਨਾਤਾ ਤੋੜ ਲੈਂਦਾ, ਤੇ ਫਿਰ ਉਹੀ ਆਪਣੇ ਮਨ ਨੂੰ ਮਾਰਦਾ ਹੈ। ਮੁਕਤੀ ਕਾ ਦਰ ਪਾਵਨਿਆ, ਤੇ ਫਿਰ ਉਹੀ ਭਾਈ ਜਿਹੜਾ ਮੁਕਤੀ ਦਾ ਦਰ ਕੀ ਹੈ? ਬ੍ਰਹਮ ਗਿਆਨ, ਉਹਨੂੰ ਵੀ ਉਹੀ ਪ੍ਰਾਪਤ ਕਰਦਾ ਹੈ।
ਵਿਖ ਕਾਟੈ ਕ੍ਰੋਧ ਨਿਵਾਰੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹਦੇ ਉੱਤੇ ਗੁਰੂ ਦੀ ਕਿਰਪਾ ਹੁੰਦੀ ਕਿਲ ਵਿਖ ਕਾਟੈ। ਉਹ ਕਿਲ ਵਿਖ ਦਾ ਅਰਥ ਹੈ ਜਿਹੜੇ ਬੱਜਰ ਪਾਪ ਨੇ ਉਹਨਾਂ ਨੂੰ ਵੀ ਕੱਟ ਲੈਂਦਾ ਹੈ, ਤੇ ਜਿਹੜਾ ਕ੍ਰੋਧ ਰੂਪੀ ਚੰਡਾਲ ਹੈ ਨਿਵਾਰੇ, ਇਹਨੂੰ ਵੀ ਨਿਵਰਤ ਕਰ ਦਿੰਦਾ ਹੈ। ਗੁਰ ਕਾ ਸ਼ਬਦ ਰਖੈ ਉਰ ਤਾਰੇ। ਤੇ ਜਿਹੜਾ ਗੁਰੂ ਦਾ ਸ਼ਬਦ ਹੈ, ਖਾਸ ਦਿਖਿਆ ਮੰਤਰ ਹੈ, ਗੁਰ ਉਪਦੇਸ਼ ਹੈ, ਉਹਨੂੰ ਹਮੇਸ਼ਾ ਲਈ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਰੱਖਦਾ ਹੈ। ਸੱਚ ਰਤੇ ਸਦਾ ਬੈਰਾਗੀ ਹਉ ਮੈਂ ਮਾਰ ਮਿਲਾਵਣਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਸੱਚੇ ਨਾਮ ਦੇ ਰੰਗ ਵਿੱਚ ਰੰਗੇ ਗਏ ਹਨ, ਸਦਾ ਬੈਰਾਗੀ, ਉਹ ਸੰਸਾਰ ਵੱਲੋਂ ਹਮੇਸ਼ਾ ਲਈ ਵੈਰਾਗੀ ਹੋ ਗਏ। ਹਉਮੈ ਮਾਰ ਮਿਲਾਵਣਿਆ, ਤੇ ਉਹਨਾਂ ਦੀ ਹਉਮੈ ਨੂੰ ਮਾਰ ਕੇ ਅਕਾਲ ਪੁਰਖ ਵਾਹਿਗੁਰੂ ਮਿਲਾਵਣਿਆ ਆਪਣੇ ਨਾਲ ਉਹਨਾਂ ਨੂੰ ਮਿਲਾ ਲੈਂਦਾ ਹੈ। ਅੰਤਰ ਰਤਨ ਮਿਲੈ ਮਿਲਾਇਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਾਡੇ ਅੰਦਰ ਇੱਕ ਰਤਨ ਹੈ। ਉਹ ਰਤਨ ਕੀ ਹੈ? ਗੁਰ ਕਾ ਸ਼ਬਦ ਰਤਨ ਹੈ। ਗੁਰੂ का शब्द ही रतन है, अथवा अंतर रतन, अंदर नाम रूपी रतन है। नवनिध अमृत प्रभ का नाम देही मैं इसका विश्राम, अथवा गुरु महाराज सच्चे पातशाह ने नाम नू रतन लिखिया है। मेरा हीरे रतन नाम हर बसिया, गुर हाथ तरियो मेरे मथ। अंतर रतन मिला मिलाया। ਵਾਹਿਗੁਰੂ ਦਾ ਨਾਮ ਰੂਪੀ ਰਤਨ ਹੈ ਤੇ ਸਾਡੇ ਅੰਦਰ, ਸਭ ਦੇ ਅੰਦਰ ਹੀ ਹੈ, ਪਰ ਬਈ ਉਹ ਸਤਿਗੁਰੂ ਦਾ ਮਿਲਾਇਆ ਹੋਇਆ ਹੀ ਮਿਲਦਾ ਹੈ। ਤ੍ਰਿਵਿਧ ਮਨਸਾ ਤ੍ਰਿਵਿਧ ਮਾਇਆ। ਹਜ਼ੂਰ ਫਰਮਾਉਂਦੇ ਨੇ, ਭਾਈ ਜਿਹੜਾ ਮਨਮੁਖ ਆਦਮੀ ਹੈ ਉਹ ਗੁਰੂ ਦੀ ਸ਼ਰਨ ਵਿੱਚ ਜਾਂਦਾ ਨਹੀਂ। ਤ੍ਰਿਵਿਧ ਮਨਸਾ, ਜਿਹੜੀ 3 ਪ੍ਰਕਾਰ ਦੀ ਮਨਸਾ ਦਾ ਅਰਥ ਹੈ ਵਾਸ਼ਨਾ, ਉਹਦੇ ਅੰਦਰ ਪੈਦਾ ਹੁੰਦੀ ਹੈ। ਤੇ ਤ੍ਰਿਵਿਧ ਮਾਇਆ, ਜਿਹੜੀ 3 ਪ੍ਰਕਾਰ ਦੀ ਮਾਇਆ, ਉਹਦੇ ਵਿੱਚ ਹੀ ਖਚਿਤ ਹੋਇਆ ਰਹਿੰਦਾ। 3 ਪ੍ਰਕਾਰ ਦੀ ਮਨਸਾ ਦਾ ਅਰਥ ਵਾਸ਼ਨਾ ਕਿਹੜੀ ਹੈ? ਇਹਦੇ ਬਾਰੇ ਮਹਾਂਪੁਰਖ ਵਿਚਾਰ ਦੱਸਦੇ ਸਨ। ਇੱਕ ਦੇਹ ਵਾਸ਼ਨਾ ਹੈ, ਦੂਸਰੀ ਲੋਕ ਵਾਸ਼ਨਾ ਹੈ, ਤੀਸਰੀ ਸ਼ਾਸਤਰ ਵਾਸ਼ਨਾ ਹੈ। ਇਹ 3 ਕਿਸਮ ਦੀ ਵਾਸ਼ਨਾ ਹੈ ਹਰ ਮਨੁੱਖ ਦੇ ਮਨ ਦੇ ਅੰਦਰ। ਦੇਹ ਵਾਸ਼ਨਾ, ਬਈ ਮੇਰੀ ਦੇਹ ਅਰੋਗ ਹੋਵੇ ਤੇ ਮੇਰੀ ਦੇਹ ਸਡੌਲ ਹੋਵੇ, ਇਹ ਇੱਛਾ ਹਰ ਮਨੁੱਖ ਦੇ ਮਨ ਵਿੱਚ ਹੁੰਦੀ ਹੈ। ਦੂਸਰੀ ਹੁੰਦੀ ਲੋਕ ਵਾਸ਼ਨਾ, ਬਈ ਲੋਕਾਂ ਦੇ ਵਿੱਚ ਮੇਰੀ ਵਡਿਆਈ ਹੋਵੇ, ਲੋਕ ਮੇਰੀ ਸ਼ੋਭਾ ਕਰਨ, ਇਹ ਵੀ ਇੱਛਾ ਸਾਰਿਆਂ ਦੇ ਮਨ ਦੇ ਵਿੱਚ ਹੁੰਦੀ ਹੈ। ਤੇ ਤੀਸਰੀ ਹੁੰਦੀ ਹੈ ਸ਼ਾਸਤਰ ਵਾਸ਼ਨਾ। ਸ਼ਾਸਤਰ ਵਾਸ਼ਨਾ ਤੋਂ ਮੁਰਾਦ ਹੈ ਬਈ ਮੈਂ ਚੰਗਾ ਵਿਦਵਾਨ ਹੋਵਾਂ, ਚੰਗੀ ਡਿਗਰੀ ਮੇਰੇ ਕੋਲ ਹੋਵੇ, ਮੈਂ ਲੋਕਾਂ ਨੂੰ ਕੋਈ ਗਿਆਨ ਦੀ ਗੱਲ ਦੱਸ ਸਕਾਂ, ਇਹ ਵੀ ਇੱਛਾ ਹਰ ਇੱਕ ਦੇ ਮਨ ਵਿੱਚ ਹੁੰਦੀ ਹੈ। ਤੇ ਜਾਂ 3 ਪ੍ਰਕਾਰ ਦੀ ਵਾਸ਼ਨਾ ਮਹਾਂਪੁਰਖ ਦੱਸਦੇ ਸਨ। ਸੋਤਬਿਤ ਲੋਕ ਈਖਣਾ ਤੀਨੀ, ਆਮ ਜਿਹੜੇ ਸਾਧਾਰਨ ਲੋਕ ਨੇ ਉਹਨਾਂ ਦੇ ਮਨ ਦੇ ਵਿੱਚ 3 ਪ੍ਰਕਾਰ ਦੀ ਵਾਸ਼ਨਾ ਹੁੰਦੀ ਹੈ ਵੀ ਇੱਕ ਤਾਂ ਘਰ ਦੇ ਵਿੱਚ ਪੁੱਤਰ ਹੋਵੇ, ਤੇ ਦੂਸਰਾ ਬਿੱਤ ਧਨ ਵੀ ਘਰ ਦੇ ਵਿੱਚ ਹੋਵੇ, ਤੇ ਤੀਸਰੀ ਲੋਕਾਂ ਦੇ ਵਿੱਚ ਵੀ ਮੇਰੀ ਚੰਗੀ ਸ਼ਾਖ ਬਣੇ। ਇਹ 3 ਪ੍ਰਕਾਰ ਦੀ ਇੱਛਾ ਹਰ ਮਨੁੱਖ ਦੇ ਮਨ ਵਿੱਚ ਹੁੰਦੀ ਹੈ। ਅਥਵਾ ਜਿਹੜੀ ਸ਼ਾਸਤਰ ਵਾਸ਼ਨਾ ਹੈ ਉਹ ਇਕੱਲੀ ਹੀ 3 ਪ੍ਰਕਾਰ ਦੀ ਹੁੰਦੀ ਹੈ। ਤ੍ਰਿਵਿਧ ਮਨਸਾ, ਪਾਠ ਵਾਸ਼ਨਾ, ਅਰਥ ਵਾਸ਼ਨਾ, ਅਨੁਸ਼ਠਾਨ ਵਾਸ਼ਨਾ। ਇਉਂ ਇਹ 3 ਪ੍ਰਕਾਰ ਦੀ ਮਨਸਾ ਵਾਸ਼ਨਾ ਹੈ ਤੇ 3 ਪ੍ਰਕਾਰ ਦੀ ਹੀ ਮਾਇਆ ਹੈ। ਰਾਜਗੁਣ, ਤਮਗੁਣ, ਸਤਗੁਣ ਕਹੀ ਹੈ, ਇਹ ਤੇਰੀ ਸਭ ਮਾਇਆ। ਇਸ ਮਾਇਆ ਦੇ ਬਾਰੇ ਗੀਤਾ, ਕ੍ਰਿਸ਼ਨ ਜੀ ਨੇ ਗੀਤਾ ਵਿੱਚ ਲਿਖਿਆ ਹੈ, ਅਜਾ ਮੇਕ ਲੋਹਤ ਸਫਾਟਕ ਕ੍ਰਿਸ਼ਨ। ਅਜਾ ਦਾ ਅਰਥ ਹੈ ਮਾਇਆ, ਔਰ ਇਹ ਮਾਇਆ ਦੇ 3 ਰੂਪ ਨੇ। ਲੋਹਤ ਸਫਾਟਕ ਕ੍ਰਿਸ਼ਨਾ, ਇੱਕ ਲਾਲ ਹੈ, ਦੂਸਰਾ ਸਫਾਟਕ ਸਫੈਦ ਹੈ, ਤੇ ਤੀਸਰਾ ਕ੍ਰਿਸ਼ਨਾ ਕਾਲਾ ਇਸ ਦਾ ਰੂਪ ਹੈ। ਇਹਦਾ ਮਤਲਬ ਇਹ ਹੈ ਰਜੋ ਗੁਣ ਦਾ ਰੰਗ ਲਾਲ ਮੰਨਿਆ, ਸਤੋ ਗੁਣ ਦਾ ਰੰਗ ਸਫੈਦ ਮੰਨਿਆ, ਤੇ ਤਮੋ ਗੁਣ ਦਾ ਰੰਗ ਕਾਲਾ ਮੰਨਿਆ। ਇਹ 3 ਪ੍ਰਕਾਰ ਦੀ ਮਾਇਆ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਮਨਮੁਖ ਆਦਮੀ ਹੈ ਉਹ 3 ਪ੍ਰਕਾਰ ਦੀ ਵਾਸ਼ਨਾ ਤੇ ਜਿਹੜੀ 3 ਪ੍ਰਕਾਰ ਦੀ ਹੀ ਮਾਇਆ ਇਹਦੇ ਵਿੱਚ ਖਚਿਤ ਹੋਇਆ ਰਹਿੰਦਾ ਹੈ।
ਪੜ ਪੜ ਪੰਡਤ ਮੋਨੀ ਥਕੇ ਚੌਥੇ ਪਦ ਕੀ ਸਾਰ ਨਾ ਪਾਵਣਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਪੰਡਤ ਲੋਕ ਨੇ ਉਹ ਵੇਦਾਂ ਸ਼ਾਸਤਰਾਂ ਨੂੰ ਪੜ ਪੜ ਕੇ, ਤੇ ਜਿਹੜੇ ਮੋਨੀ ਹਨ ਉਹ ਮੌਨ ਧਾਰਨ ਕਰ ਕਰਕੇ ਥੱਕ ਗਏ। ਚੌਥੇ ਪਦ ਕੀ ਸਾਰ ਨਾ ਪਾਵਣਿਆ, ਜਿਹੜਾ ਚੌਥਾ ਪਦ ਹੈ, ਕਿਉਂਕਿ ਇਹ ਤਿੰਨ ਗੁਣ ਤਾਂ ਮਾਇਆ ਦੇ ਵਿੱਚ ਨੇ ਨਾ, ਰਜਗੁਣ ਤਮ ਗੁਣ ਸਤਗੁਣ ਕਹੀਐ ਇਹ ਤੇਰੀ ਸਾ ਮਾਇਆ, ਚੌਥੇ ਪਦ ਕੋ ਜੋ ਨਰ ਚੀਨੈ ਤਿਨਹੀ ਪਰਮ ਪਦ ਪਾਇਆ। ਜਿਹੜਾ ਚੌਥਾ ਪਦ ਉਹ ਤੁਰੀਆ ਪਦ ਹੈ, ਜਿਸ ਨੂੰ ਤਿਰਗੁਣ ਅਤੀਤ ਅਵਸਥਾ ਆਖਿਆ ਜਾਂਦਾ ਹੈ। ਚੌਥੇ ਪਦ ਕੀ ਸਾਰਨਾ ਪਾਵਣਿਆ, ਤੇ ਭਾਈ ਜਿੰਨੇ ਵੀ ਪੰਡਤ ਨੇ, ਜਿੰਨੇ ਵੀ ਮੋਨੀ ਮੁਨੀ ਲੋਕ ਨੇ, ਉਹ ਚੌਥੇ ਪਦ ਤੁਰੀਆ ਪਦ ਦੀ ਸਾਰ ਨੂੰ ਨਹੀਂ ਪ੍ਰਾਪਤ ਕਰ ਸਕਦੇ। ਆਪੇ ਰੰਗੇ ਰੰਗ ਚੜਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਵਾਹਿਗੁਰੂ ਆਪ ਹੀ ਗੁਰਮੁਖਾਂ ਨੂੰ ਰੰਗਦਾ ਹੈ। ਤੇ ਕਿਵੇਂ ਰੰਗਦਾ ਹੈ? ਰੰਗ ਚੜਾਏ, ਤੇ ਉਹਨਾਂ ਨੂੰ ਆਪਣੇ ਨਾਮ ਦਾ, ਪ੍ਰੇਮ ਦਾ ਰੰਗ ਚੜਾ ਦਿੰਦਾ ਹੈ। ਏ ਜਨ ਰਾਤੇ ਗੁਰ ਸ਼ਬਦ ਰੰਗਾਏ। ਤੇ ਉਹ ਰੰਗ ਕਿਵੇਂ ਚੜਦਾ ਹੈ? ਹਜ਼ੂਰ ਕਹਿੰਦੇ, ਸੇ ਜਨ ਰਾਤੇ ਗੁਰ ਸ਼ਬਦ ਰੰਗਾਏ। ਜਿਹੜੇ ਗੁਰੂ ਸ਼ਬਦ ਰਾਹੀਂ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਰੰਗ ਵਿੱਚ ਰੰਗੇ ਗਏ, ਸੇ ਜਨ ਰਾਤੇ। ਤੇ ਉਹ ਜਿਹੜੇ ਜਨ ਗੁਰਮੁਖ ਪਿਆਰੇ ਨੇ, ਤੇ ਫਿਰ ਵਾਹਿਗੁਰੂ ਦੇ ਨਾਮ ਦੇ ਰੰਗ ਦੇ ਵਿੱਚ ਰੰਗੇ ਗਏ ਹਨ। ਹਰ ਰੰਗ ਚੜਿਆ ਅਤ ਅਪਾਰਾ, ਹਰ ਰਸ ਰਸ ਗੁਣ ਗਾਵਣਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹਰ ਰੰਗ ਚੜਿਆ ਅਤ ਅਪਾਰਾ। ਫਿਰ ਅਤਸ਼ਾ ਕਰਕੇ ਅਪਾਰਾ ਦਾ ਅਰਥ ਹੈ ਬਹੁਤ ਗੂੜਾ। ਉਹਨਾਂ ਨੂੰ ਵਾਹਿਗੁਰੂ ਦੇ ਨਾਮ ਦਾ ਰੰਗ ਚੜ ਗਿਆ। ਰਾਮ ਰੰਗ ਕਦੇ ਉਤਰ ਨਾ ਜਾਏ, ਗੁਰ ਪੂਰਾ ਜਿਸ ਦੇ ਬੁਝਾਏ। ਵਾਹਿਗੁਰੂ ਦੇ ਨਾਮ ਦਾ ਐਸਾ ਗੂੜਾ ਰੰਗ ਉਹਨਾਂ ਨੂੰ ਚੜ ਗਿਆ ਹੈ। ਹਰ ਰਸ ਰਸ ਗੁਣ ਗਾਵਣਿਆ। ਤੇ ਭਾਈ ਫਿਰ ਉਹ ਰਸ ਲੈ ਲੈ ਕੇ ਹਰ ਵੇਲੇ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਰਹਿੰਦੇ ਹਨ। ਗੁਰਮੁਖ ਰਿਧ ਸਿੱਧ ਸਚ ਸੰਜਮ ਸੋਈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰਮੁਖਾਂ ਦੇ ਲਈ ਵਾਹਿਗੁਰੂ ਦਾ ਨਾਮ ਹੀ ਰਿੱਧੀ ਹੈ, ਤੇ ਵਾਹਿਗੁਰੂ ਦਾ ਨਾਮ ਹੀ ਸਿੱਧੀ ਰੂਹਾਨੀ ਸ਼ਕਤੀ ਹੈ। ਤੇ ਉਹਨਾਂ ਗੁਰਮੁਖਾਂ ਦੇ ਲਈ ਸੱਚਾ ਨਾਮ ਹੀ ਅਸਲੀ ਸੰਜਮ ਹੈ। ਗੁਰਮੁਖ ਗਿਆਨ ਨਾਮ ਮੁਕਤ ਹੋਈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰਮੁਖਾਂ ਦੀ ਤਾਂ ਨਾਮ ਦੁਆਰਾ ਹੀ ਮੁਕਤੀ ਹੋਈ ਹੈ, ਕਿਉਂਕਿ ਨਾਮ ਦੁਆਰਾ ਹੀ ਉਹਨਾਂ ਨੂੰ ਗਿਆਨ ਪ੍ਰਾਪਤ ਹੋਇਆ ਹੈ, ਤੇ ਗਿਆਨ ਦੁਆਰਾ ਅੱਗੇ ਉਹਨਾਂ ਨੂੰ ਮੁਕਤੀ ਪ੍ਰਾਪਤ ਹੋ ਗਈ ਹੈ। ਗੁਰਮੁਖ ਕਾਰ ਸੱਚ ਕਮਾਵਹਿ, ਸੱਚੇ ਸੱਚ ਸਮਾਵਣਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰਮੁਖ ਕਾਰ ਸੱਚ ਕਮਾਵੇ। ਗੁਰਮੁਖ ਤੇ ਭਾਈ ਹਮੇਸ਼ਾ ਲਈ ਸੱਚ ਰੂਪ ਕਾਰ ਕਰਦੇ ਨੇ, ਭਾਵ ਸੱਚੀ ਕਾਰ ਸੇਵਾ ਭਗਤੀ ਦੀ ਕਰਦੇ ਨੇ। ਸੱਚੇ ਸੱਚ ਸਮਾਵਣਿਆ, ਤੇ ਸੱਚੇ ਨਾਮ ਕਰਕੇ ਤੇ ਫਿਰ ਸੱਚ ਸਰੂਪ ਵਾਹਿਗੁਰੂ ਵਿੱਚ ਆਪੇਦ ਹੋ ਜਾਂਦੇ ਹਨ। ਗੁਰਮੁਖ ਥਾਪੇ ਥਾਪ ਉਥਾਪੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਗੁਰਮੁਖ ਵਿਅਕਤੀ ਨੇ ਉਹ ਇਹ ਜਾਣਦੇ ਨੇ ਵੀ ਵਾਹਿਗੁਰੂ ਆਪ ਹੀ ਸਾਰੀ ਸ੍ਰਿਸ਼ਟੀ ਦਾ, ਸੰਸਾਰ ਦਾ ਨਿਰਮਾਣ ਕਰਦਾ ਹੈ, ਤੇ ਆਪ ਹੀ ਇਸ ਨੂੰ ਉਹ ਥਾਪੇ ਨਾਸ ਕਰਦਾ ਹੈ। ਗੁਰਮੁਖ ਜਾਤ ਪਤ ਸਭ ਆਪੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖ ਇਹ ਵੀ ਜਾਣ ਲੈਂਦੇ ਨੇ ਵੀ ਉਹ ਵਾਹਿਗੁਰੂ ਪਰਮੇਸ਼ਰ ਹੀ ਸਾਰਿਆਂ ਦੀ ਜਾਤ ਹੈ ਤੇ ਸਾਰਿਆਂ ਦੀ ਪਤ ਸ਼੍ਰੇਣੀ ਹੈ। ਇਹਦਾ ਮਤਲਬ ਇਹ ਹੈ, ਗੁਰਮੁਖ ਸਾਰੇ ਹੀ ਜੀਵਾਂ ਨੂੰ ਪਰਮੇਸ਼ਰ ਦੇ ਪੁੱਤਰ ਜਾਣਦੇ ਨੇ, ਤੇ ਇੱਕੋ ਹੀ ਜਾਤ, ਇੱਕੋ ਹੀ ਸ਼੍ਰੇਣੀ ਦੇ ਉਹਨਾਂ ਨੂੰ ਸਮਝਦੇ ਹਨ। ਨਾਨਕ ਗੁਰਮੁਖ ਨਾਮ ਧਿਆਏ, ਨਾਮੇ ਨਾਮ ਸਮਾਵਣਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਾਨਕ ਗੁਰਮੁਖ ਨਾਮ ਧਿਆਏ। ਜਿਹੜੇ ਗੁਰਮੁਖ ਨੇ ਭਾਈ ਵਾਹਿਗੁਰੂ ਦੇ ਨਾਮ ਨੂੰ ਹੀ ਧਿਆਉਂਦੇ ਨੇ, ਤੇ ਨਾਮੇ ਨਾਮ ਸਮਾਵਣਿਆ। ਨਾਮ ਦੁਆਰਾ ਨਾਮ ਮੰਮੇ ਨੂੰ ਸਿਹਾਰੀ ਨਾਮੀ ਦੇ ਵਿੱਚ, ਅਕਾਲ ਪੁਰਖ ਦੇ ਵਿੱਚ ਲੀਨ ਹੋ ਜਾਂਦੇ ਨੇ। ਜਾਂ ਦੂਜਾ ਇੱਕ ਅਰਥ ਮਹਾਂਪੁਰਖ ਹੋਰ ਵੀ ਕਰਦੇ ਸਨ, ਗੁਰਮੁਖ ਥਾਪੇ ਥਾਪਿਓ ਥਾਪੇ। ਗੁਰਮੁਖ ਇਸ ਗੱਲ ਨੂੰ ਜਾਣਦੇ ਨੇ ਕਿ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਜਿਹੜੇ ਦੈਵੀ ਗੁਣ ਨੇ, ਤੇ ਉਹਨਾਂ ਨੂੰ ਥਾਪੇ ਦਾ ਅਰਥ ਹੈ ਸਾਡੇ ਹਿਰਦੇ ਵਿੱਚ ਟਿਕਾਉਂਦਾ ਹੈ। ਤੇ ਫਿਰ ਦੈਵੀ ਗੁਣਾਂ ਨੂੰ ਥਾਪ ਕੇ ਉਹ ਥਾਪੇ ਜਿਹੜੇ ਸਾਡੇ ਅੰਦਰ ਔਗਣ ਨੇ,
ਆਸਰੀ ਸੰਪਦਾ ਦੇ ਵਿਕਾਰ ਨੇ ਉਹਨਾਂ ਨੂੰ ਨਾਸ ਵੀ ਕਰਦਾ ਹੈ। ਤੇ ਗੁਰਮੁਖ ਜਾਤ ਪਤ ਸਭ ਆਪੇ, ਤੇ ਗੁਰਮੁਖ ਇਹ ਵੀ ਜਾਣਦੇ ਨੇ ਤੇ ਬਈ ਉਹ ਵਾਹਿਗੁਰੂ ਪਰਮੇਸ਼ਰ ਦੀ ਜਾਤ ਹੀ ਸਾਰਿਆਂ ਵਿੱਚ ਵਿਦਮਾਨ ਹੈ। ਭਾਵ ਜਿੰਨੇ ਵੀ ਜੀਵ ਨੇ ਸਾਰੇ ਰੱਬ ਦੀ ਜਾਤ ਨੇ ਤੇ ਉਹਨਾਂ ਦੀ ਇੱਕੋ ਹੀ ਸ਼੍ਰੇਣੀ ਹੈ, ਸਾਰੇ ਵਾਹਿਗੁਰੂ ਦੇ ਪੁੱਤਰ ਨੇ, ਉਹਨਾਂ ਦੇ ਵਿੱਚ ਕੋਈ ਉਹ ਫਰਕ ਨਹੀਂ ਸਮਝਦੇ। ਨਾਨਕ ਗੁਰਮੁਖ ਨਾਮ ਤੇ ਆਏ, ਹਜ਼ੂਰ ਕਹਿੰਦੇ ਭਾਈ ਗੁਰਮੁਖ ਵਾਹਿਗੁਰੂ ਦੇ ਨਾਮ ਨੂੰ ਧਿਆਉਂਦੇ ਹਨ ਤੇ ਨਾਮ ਦੁਆਰਾ ਨਾਮੀ ਵਿੱਚ ਲੀਨ ਹੋ ਜਾਂਦੇ ਹਨ। ਮਾਝ ਮਹਲਾ ਤੀਜਾ, ਉਤਪਤ ਪਰ ਲੋ ਸ਼ਬਦੇ ਹੋਵੇ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਤੇ ਫਿਰ ਗੁਰਮੁਖਾਂ ਦੀ ਤੇ ਮਨਮੁਖਾਂ ਦੀ ਹੀ ਵਿਵਸਥਾ ਦਾ ਜ਼ਿਕਰ ਕਰਦੇ ਹਨ। ਹਉ ਵਾਰੀ ਜੀਓ ਵਾਰੀ, ਗੁਰ ਪੂਰਾ ਮਨ ਵਸਾਵਣੇ। ਮੈਂ ਬਲਿਹਾਰ ਜਾਨਾ ਹਾਂ, ਤਨ ਕਰਕੇ ਮਨ ਕਰਕੇ ਤੇ ਬਾਣੀ ਕਰਕੇ ਵੀ ਮੈਂ ਉਹਨਾਂ ਤੋਂ ਕੁਰਬਾਨ ਜਾਨਾ ਹਾਂ। ਇਹ ਪਿਆਰੇ ਜੀਓ, ਗੁਰ ਪੂਰਾ ਮਨ ਵਸਾਵਣੇ ਆ, ਤੇ ਜਿਹੜੇ ਪੂਰੇ ਗੁਰੂ ਨੂੰ ਆਪਣੇ ਮਨ ਵਿੱਚ ਵਸਾਉਂਦੇ ਨੇ। ਗੁਰ ਤੇ ਸ਼ਾਂਤ ਭਗਤ ਕਰੇ ਦਿਨ ਰਾਤੀ, ਗੁਣ ਕਹਿ ਗੁਣੀ ਸਮਾਵਣੇ ਆ। ਹਜ਼ੂਰ ਕਹਿੰਦੇ ਭਾਈ ਜਿਹੜੇ ਗੁਰੂ ਦੀ ਕਿਰਪਾ ਦੁਆਰਾ ਰਾਤ ਦਿਨ ਵਾਹਿਗੁਰੂ ਦੀ ਭਗਤੀ ਕਰਦੇ ਨੇ ਤੇ ਫਿਰ ਆਤਮਕ ਸ਼ਾਂਤੀ ਨੂੰ ਪ੍ਰਾਪਤ ਕਰਦੇ ਹਨ। ਤੇ ਇਸ ਦੇ ਨਾਲ ਹੀ ਗੁਣ ਕਹਿ ਗੁਣੀ ਸਮਾਵਣੇ ਆ, ਤੇ ਉਸ ਵਾਹਿਗੁਰੂ ਦੇ ਗੁਣਾਂ ਨੂੰ ਕਹਿ ਕੇ ਤੇ ਗੁਣੀ ਜੋ ਗੁਣਾਂ ਦਾ ਖਜ਼ਾਨਾ, ਗੁਣਾਂ ਦਾ ਮੁਜੱਸਮਾ, ਉਹਨਾਂ ਗੁਣਾਂ ਦਾ ਸੋਮਾ ਅਕਾਲ ਪੁਰਖ ਹੈ, ਉਹਦੇ ਵਿੱਚ ਜਾ ਕੇ ਸਮਾਵਣੀਆਂ ਲੀਨ ਹੋ ਜਾਂਦੇ ਹਨ। ਮੈਂ ਉਹਨਾਂ ਗੁਰਮੁਖਾਂ ਤੋਂ ਬਲਿਹਾਰ ਜਾਨਾ ਹਾਂ। ਉਹਨਾਂ ਗੁਰਮੁਖਾਂ ਦੀ ਕੈਸੀ ਅਵਸਥਾ ਹੁੰਦੀ ਹੈ? ਹਜ਼ੂਰ ਫਰਮਾਉਂਦੇ ਨੇ, ਉਤਪਤ ਪਰਲੋਂ ਸ਼ਬਦੇ ਹੋਵੇ। ਗੁਰਮੁਖ ਇਸ ਗੱਲ ਨੂੰ ਸਮਝਦੇ ਨੇ ਕਿ ਸ਼ਬਦੇ ਦਾ ਅਰਥ ਹੈ ਹੁਕਮ। ਉਸ ਵਾਹਿਗੁਰੂ ਦੇ ਹੁਕਮ ਦੁਆਰਾ ਹੀ ਉਤਪਤ ਸਾਰੇ ਸੰਸਾਰ ਦੀ ਉਤਪਤੀ ਹੁੰਦੀ ਹੈ ਤੇ ਉਸ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਦੁਆਰਾ ਹੀ ਭਾਈ ਪਰਲੋਂ ਵੀ ਹੁੰਦੀ ਹੈ। ਪੈਦਾਇਸ਼ ਵੀ ਉਹਦੇ ਹੁਕਮ ਦੇ ਵਿੱਚ ਹੁੰਦੀ ਹੈ ਤੇ ਕਿਆਮਤ ਵੀ ਉਹਦੇ ਹੁਕਮ ਦੇ ਵਿੱਚ ਹੁੰਦੀ ਹੈ। ਸ਼ਬਦੇ ਹੀ ਫਿਰ ਉਪਤ ਹੋਵੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖ ਇਸ ਗੱਲ ਨੂੰ ਜਾਣ ਲੈਂਦੇ ਨੇ ਕਿ ਸ਼ਬਦ ਦੁਆਰਾ ਹੀ, ਹੁਕਮ ਦੁਆਰਾ ਹੀ ਫਿਰ ਦੁਬਾਰਾ ਸ੍ਰਿਸ਼ਟੀ ਉਪਤ ਹੋਵੇ, ਪੈਦਾ ਹੋ ਜਾਂਦੀ ਹੈ। ਅਥਵਾ ਸ਼ਬਦ ਦਾ ਅਰਥ ਹੈ ਨਾਮ। ਨਾਮ ਤੋਂ ਸਾਰੀ ਸ੍ਰਿਸ਼ਟੀ ਪੈਦਾ ਹੁੰਦੀ ਹੈ ਤੇ ਨਾਮ ਤੋਂ ਹੀ ਸਾਰੀ ਸ੍ਰਿਸ਼ਟੀ ਨਾਸ ਹੁੰਦੀ ਹੈ ਤੇ ਨਾਮ ਦੁਆਰਾ ਹੀ ਫਿਰ ਦੁਬਾਰਾ ਸ੍ਰਿਸ਼ਟੀ ਦੀ ਉਤਪਤੀ ਹੁੰਦੀ ਹੈ। ਕਿਉਂਕਿ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਲਿਖਿਆ ਹੈ, ਨਾਮ ਤੇ ਨਾਮੀ ਵਿੱਚ ਕੋਈ ਫਰਕ ਤੇ ਹੈ ਨਹੀਂ। ਓੰਕਾਰ ਬ੍ਰਹਮਾ ਉਤਪਤ, ਓੰਕਾਰ ਕੀਆ ਜਨ ਚਿਤ, ਓੰਕਾਰ ਸੈਲ ਜੁਗ ਪਏ, ਓੰਕਾਰ ਵੇਦ ਨਿਰਮੈ। ਸਤਿਗੁਰੂ ਮਹਾਰਾਜ ਕਹਿੰਦੇ, ਓੰਕਾਰ ਉਤਪਾਤੀ ਕੀਆ ਦਿਨ ਸਭ ਰਾਤੀ, ਵਣ ਤ੍ਰਿਣ ਤ੍ਰੇ ਭਵਨ ਬਾਣੀ, ਚਾਰ ਵੇਦ ਚਾਰੇ ਖਾਣੀ, ਖੰਡ ਦੀਪ ਸਭ ਲੋਆ, ਏਕ ਕਵਾਵੈ ਤੇ ਸਭ ਹੋਆ। ਉਹ ਕਵਾਵੈ ਦਾ ਅਰਥ ਹੈ ਸ਼ਬਦ, ਕਵਾਵੈ ਦਾ ਅਰਥ ਹੈ ਨਾਮ। ਉਸ ਵਾਹਿਗੁਰੂ ਦੇ ਨਾਮ ਤੋਂ ਹੀ ਸਾਰੀ ਸ੍ਰਿਸ਼ਟੀ ਦੀ ਉਤਪਤੀ ਹੁੰਦੀ ਹੈ ਤੇ ਨਾਮ ਤੋਂ ਹੀ ਸਭ ਦੀ ਪਰਲੋਂ ਹੋ ਜਾਂਦੀ ਹੈ ਤੇ ਨਾਮ ਦੁਆਰਾ ਹੀ ਫਿਰ ਦੁਬਾਰਾ ਸ੍ਰਿਸ਼ਟੀ ਦੀ ਉਤਪਤੀ ਹੁੰਦੀ ਹੈ। ਕਿਉਂਕਿ ਸਾਰਾ ਕੁਝ ਨਾਮ ਦੇ ਆਸਰੇ ਹੈ। ਨਾਮ ਕੇ ਤਾਰੇ ਸਗਲੇ ਜੰਤ, ਨਾਮ ਕੇ ਤਾਰੇ ਖੰਡ ਬ੍ਰਹਿਮੰਡ। ਜਾਂ ਕਲਗੀਧਰ ਪਾਤਸ਼ਾਹ ਨੇ ਚੌਪੀ ਸਾਹਿਬ ਬਾਣੀ ਦੇ ਵਿੱਚ ਲਿਖਿਆ ਹੈ, ਜਬ ਉਦਕਰਖ ਕਰਾ ਕਰਤਾਰਾ, ਪ੍ਰਜਾ ਤਰਤ ਤਵ ਦੇਹ ਅਪਾਰਾ। ਜਦੋਂ ਉਦਕਰਖ ਵਾਹਿਗੁਰੂ ਦੇ ਅੰਦਰੋਂ ਫੁਰਨਾ ਉੱਠਦਾ ਹੈ ਤੇ ਉਸੇ ਵੇਲੇ ਸੰਸਾਰ ਪੈਦਾ ਹੋ ਜਾਂਦਾ ਹੈ। ਜਬ ਉਦਕਰਖ ਕਰਾ ਕਰਤਾਰਾ, ਪ੍ਰਜਾ ਤਰਤ ਤਵ ਦੇਹ ਅਪਾਰਾ। ਫਿਰ ਦੂਸਰੇ ਨੰਬਰ ਤੇ ਲਿਖਦੇ ਹਨ, ਜਬ ਆਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਤਰ ਸਭੂ। ਜਦੋਂ ਮਹਾਰਾਜ ਤੁਸੀਂ ਅੰਦਰ ਨੂੰ ਸਾਹ ਖਿੱਚ ਲੈਂਦੇ ਹੋ, ਆਕਰਖ ਦਾ ਹੁੰਦਾ ਅੰਦਰ ਨੂੰ ਖਿੱਚ ਲੈਣਾ, ਤੇ ਜਦੋਂ ਤੁਸੀਂ ਬਾਹਰ ਨੂੰ ਸਾਹ ਕੱਢਦੇ ਹੋ ਤੇ ਸੰਸਾਰ ਬਣ ਜਾਂਦਾ ਹੈ, ਤੇ ਜਦੋਂ ਅੰਦਰ ਨੂੰ ਸਵਾਸ ਖਿੱਚਦੇ ਹੋ ਤੇ ਫਿਰ ਸਾਰੀ ਸ੍ਰਿਸ਼ਟੀ ਦੀ ਲੈਤਾ ਹੋ ਜਾਂਦੀ। ਇਉਂ ਉਤਪਤ ਪਰਲੋਂ ਸ਼ਬਦੇ ਹੋਵੇ। ਵੀ ਸ਼ਬਦ ਦਾ ਅਰਥ ਤੁਹਾਡੇ ਫੁਰਨੇ ਰਾਹੀਂ ਸ੍ਰਿਸ਼ਟੀ ਦੀ ਉਤਪਤੀ ਦੇ ਪਰਲੋਂ ਹੁੰਦੀ ਹੈ ਤੇ ਸ਼ਬਦੇ ਹੀ ਫਿਰ ਉਪਤ ਹੋਵੇ ਤੇ ਫਿਰ ਸ਼ਬਦ ਫੁਰਨੇ ਦੁਆਰਾ ਹੀ ਇਹ ਫਿਰ ਦੁਬਾਰਾ ਸਾਰੀ ਸ੍ਰਿਸ਼ਟੀ ਪੈਦਾ ਹੋ ਜਾਂਦੀ ਹੈ। ਗੁਰਮੁਖ ਵਰਤੈ ਸਭ ਆਪੇ,
ਸੱਚਾ ਗੁਰਮੁਖ ਉਪਾਏ ਸਮਾਵਣਿਆ। ਗੁਰਮੁਖ ਵਰਤੈ ਸਭ ਆਪੇ ਸੱਚਾ, ਇੱਥੇ ਵਿਸਰਾਮ ਲਾਉਣਾ ਹੈ। ਗੁਰਮੁਖ ਵਰਤੈ ਸਭ ਆਪੇ ਸੱਚਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰਮੁਖਾਂ ਦੀ ਦ੍ਰਿਸ਼ਟੀ ਵਿੱਚ ਉਹ ਸੱਚਾ ਅਕਾਲ ਪੁਰਖ ਵਾਹਿਗੁਰੂ ਆਪ ਹੀ ਸਾਰਿਆਂ ਦੇ ਵਿੱਚ ਵਰਤਦਾ ਹੈ। ਤੇ ਗੁਰਮੁਖ ਉਪਾਏ ਸਮਾਵਣਿਆ, ਤੇ ਗੁਰਮੁਖ ਇਹ ਜਾਣਦੇ ਨੇ ਉਹ ਵਾਹਿਗੁਰੂ ਆਪ ਹੀ ਸਾਰਿਆਂ ਨੂੰ ਉਪਾਏ ਪੈਦਾ ਕਰਕੇ ਤੇ ਸਮਾਵਣਿਆ, ਤੇ ਫਿਰ ਸਾਰਿਆਂ ਨੂੰ ਆਪਣੇ ਵਿੱਚ ਹੀ ਅਭੇਦ ਕਰ ਲੈਂਦਾ, ਲੀਨ ਕਰ ਲੈਂਦਾ ਹੈ। ਵਾਰੀ ਜੀਉ ਵਾਰੀ ਗੁਰਪੂਰਾ ਮਨ ਵਸਾਵਣਿਆ। ਗੁਰ ਤੇ ਸਾਤ ਭਗਤ ਕਰੇ ਦਿਨ ਰਾਤੀ। ਗੁਣ ਕਹਿ ਗੁਣੀ ਸਮਾਵਣਿਆ। ਰਹਾਉ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਗੁਰਮੁਖਾਂ ਦੀ ਅਵਸਥਾ ਬਿਆਨ ਕਰਦੇ ਹਨ। ਗੁਰਮੁਖੋ, ਮੈਂ ਮਨ ਬਾਣੀ ਸਰੀਰ ਕਰਕੇ ਉਹਨਾਂ ਤੋਂ ਬਲਿਹਾਰ ਜਾਣਾ ਹਾਂ। ਗੁਰ ਪੂਰਾ ਮਨ ਵਸਾਵਣਿਆ, ਜੋ ਪੂਰੇ ਗੁਰੂ ਨੂੰ ਆਪਣੇ ਮਨ ਵਿੱਚ ਵਸਾਉਂਦੇ ਨੇ। ਗੁਰ ਤੇ ਸ਼ਾਂਤ ਭਗਤ ਕਰੇ ਦਿਨ ਰਾਤੀ। ਗੁਣ ਕਹਿ ਗੁਣੀ ਸਮਾਵਣਿਆ। ਹਜ਼ੂਰ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਜਿਹੜੇ ਰਾਤ ਦਿਨ ਵਾਹਿਗੁਰੂ ਦੀ ਸਿਮਰਨ ਰੂਪ ਭਗਤੀ ਕਰਦੇ ਹਨ ਤੇ ਫਿਰ ਉਹਨਾਂ ਦੇ ਮਨ ਦੇ ਵਿੱਚ ਸ਼ਾਂਤੀ ਆ ਜਾਂਦੀ ਹੈ। ਗੁਣ ਕਹਿ ਗੁਣੀ ਸਮਾਵਣਿਆ, ਤੇ ਨਾਲ ਹੀ ਵਾਹਿਗੁਰੂ ਦੇ ਗੁਣਾਂ ਨੂੰ ਉਚਾਰਨ ਕਰਕੇ, ਭਾਵ ਵਾਹਿਗੁਰੂ ਦੀ ਸਿਫਤ ਸਲਾਹ ਕਰਕੇ ਗੁਣੀ ਸਮਾਵਣਿਆ, ਉਸ ਗੁਣਾਂ ਦੇ ਭੰਡਾਰ ਵਾਹਿਗੁਰੂ ਦੇ ਵਿੱਚ ਲੀਨ ਹੋ ਜਾਂਦੇ ਹਨ। ਹੇ ਪਿਆਰੇ ਜੀਓ,